ईटीटी बेरोजगार अध्यापक पिछले 1.5 साल ਤੋਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤੇ ਸਰਕਾਰ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਤੇ ਕੋਝੀਆਂ ਚਾਲਾਂ ਚੱਲ ਰਹੀ ਹੈ। ਅਸੀਂ ਟੈਟ ਪਾਸ ਕੀਤਾ ਹੈ, ਸਾਨੂੰ ਪਹਿਲ ਦੇਵੋ। ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਇਹ ਪ੍ਰਗਟਾਵਾ ईटीटी ਟੈਟ ਪਾਸ बेरोजगार ਅਧਿਆਪਕਾਂ ਨੇ ਕਿਹਾ। ਅਸੀਂ ਮਾਨਯੋਗ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ पिछले 1.5 साल तो लगातार ਜਿਹੜੇ ਸਾਡੇ ਭੈਣ ਭਰਾ ਨੇ ਉਹ ਸਾਡੀ ਹੈਂਡੀਕੈਪ ਜਿਹੜੀ ਭੈਣ ਸੀਗੀ ਪੂਰੀ ਗਰਮੀ ਸਰਦੀ ਟੈਂਕੀ ਦੇ ਉੱਤੇ ਰਹੇ ਨੇ। ਕੁਝ ਮੇਰੇ ਵੀਰ ਸੀਗੇ ਜਿਹੜੇ ਨੀਚੇ ਮਰਨ ਵਰਤੇ ਬੈਠੇ ਸੀਗੇ। ਹਾਲਾਂਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਉੱਥੇ ਕਰ ਰਹੇ ਸੀ, ਉਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਨੇ ਸਾਨੂੰ ਬਹੁਤ ਤੰਗ ਕੀਤਾ। ਜੇ ਆਪਣੀ ਹੱਕਾਂ ਦੀ ਮੰਗ ਦੇ ਲਈ ਅਸੀਂ ਮਾਨਯੋਗ ਸਿੱਖਿਆ ਮੰਤਰੀ ਦੀ ਕੋਠੀ ਦੇ ਕੋਲ ਜਾ ਰਹੇ ਸੀ ਤਾਂ ਉਦੋਂ ਵਾਟਰ ਕੈਨਨ ਦਾ ਯੂਜ਼ ਕੀਤਾ ਗਿਆ ਤੇ ਜਿਹੜੀਆਂ ਜ਼ਹਿਰੀਲੀ ਜਿਹੜੀ ਗੈਸ ਹੁੰਦੀ ਆ ਉਹ ਛੋੜੀ ਗਈ। जेंट्स पुलिस वालों लड़कियां या साडे लेडी जड़ियां साडी लेडीज पढ़ी लिखियां जड़ियां वेल क्वालीफाइड लड़कियां सी उन्हां दी गुत्तां ते साडे वीरां दी जड़ियां पग्गां ने और रोलियां ने ते डांगा मारियां ने। इहो जिहा मतलब मैं बयान नहीं कर सकदी। उस टाइम ये नहीं लग रहा सी कि जड़े डंडे लैके खड़े ने भी ये इंसान भी हैगे कि नहीं हैगे। ते मैनूं ये समझ नहीं आंदी कि जड़े भी ओहदे हर ओहदा टीचर तो होके निकलदा है ਉਹ ਸਾਡੇ ਕੋਲੋਂ ਤਾਲੀਮ ਲੈ ਕੇ ਸਾਡੇ ਤੇ ਲਾਠੀਆਂ ਮਾਰ ਰਹੇ ਨੇ। ਮੈਨੂੰ ਨਹੀਂ ਲੱਗਦਾ ਸੋਸਾਇਟੀ ਦਾ ਕੀ ਬਣਨਾ ਹੈ। ਤੇ 26 ਦਿਨ ਨਹੀਂ ਸਰ, ਇਹ ਅਗਲੇ 26 ਦਿਨ, ਉਸ ਤੋਂ ਅਗਲੇ 26 ਦਿਨ ਇਹ ਸੰਘਰਸ਼ ਉਦੋਂ ਤੱਕ ਨਹੀਂ ਰੁਕੂਗਾ ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ। ਸਰ ਮੈਂ ਕੀ ਬੇਰੁਜ਼ਗਾਰ ਬਾਰੇ ਕਹਾਂ, ਮੈਂ ਤਾਂ ਆਪ ਉਹਨਾਂ ਦੀ ਸ਼ਿਕਾਰ ਹਾਂ। ਮੈਂ ਉਹਨਾਂ ਦੇ ਵਿੱਚੋਂ ਹੀ ਹਾਂ, ਮੇਰੇ ਭੈਣ ਤੇ ਜਿਹੜੇ ਮੇਰੇ ਵੀਰ ਨੇ ਉਹਨਾਂ ਦੇ ਵਿੱਚ ਹੀ ਹਾਂ। ਮੈਂ ਆਪ ਡਾਂਗਾ ਖਾਧੀਆਂ ਨੇ, ਮੈਂ ਆਪ ਉਹ ਸੀਨ ਦੇਖਿਆ ਸਰ। ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਹੈਗੀ ਕਿੰਨੀ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ। ਇਹ ਐ ਸੋਚਦੇ ਨੇ ਵੀ ਆਪਾਂ ਇੱਕ ਡੰਡੇ ਦੇ ਨਾਲ ਕਿਸੇ ਦੀ ਆਵਾਜ਼ ਨੂੰ ਦਬਾ ਦਾਂਗੇ। ਨਹੀਂ, ਜਨਤਾ ਦੀ ਆਵਾਜ਼ ਨਾ ਕਦੇ ਦਬੀ ਹੈ ਨਾ ਕਦੇ ਦਬੂਗੀ। ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਹੈਗੇ। ਜਿਹੜਾ ਲਾਠੀ ਚਾਰਜ ਦੀ ਗੱਲ ਕਰਦੇ ਹੋ, ਇੱਕ ਉਹ ਭਗਤ ਸਿੰਘ ਹੋਰੀ ਵੀ ਸੀਗੇ ਜਿਹੜੇ ਦੇਸ਼ ਲਈ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਸੀ। ਤਾਂ ਸਰ ਅਸੀਂ ਗਾਂਧੀ ਨਹੀਂ ਹੈਗੇ, ਅਸੀਂ ਉਸ ਭਗਤ ਸਿੰਘ ਦੀ ਔਲਾਦ ਹਾਂ। ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਮਰ ਮਿਟਾਂਗੇ। ਦੂਸਰੀ ਚੀਜ਼ ਇੱਕ ਹੋਰ ਹੈ ਸਰ ਕਿ ਸਰਕਾਰ ਨੂੰ ਮਾਰ ਤਾਂ ਆਪਾਂ ਨੂੰ ਹੀ ਰਹੇ ਨੇ, ਕਦੀ ਕੋਵਿਡ ਦੇ ਨਾਂ ਤੇ, ਕਦੇ ਸਕੂਲਾਂ ਦੇ ਨਾਂ ਤੇ, ਕੋਈ ਪ੍ਰਾਈਵੇਟ ਕੋਈ ਕੰਮ ਕਰ ਰਿਹਾ ਹੈ। ਹਰ ਚੀਜ਼ ਦੇ ਵਿੱਚ ਉਹ ਹੈ। ਰਾਤ ਨੂੰ ਜਦੋਂ ਸੜਕਾਂ ਤੇ ਕੋਈ ਹੁੰਦਾ ਨਹੀਂ ਉਦੋਂ ਕੋਵਿਡ ਘੁੰਮਦਾ ਹੈ। ਮੈਨੂੰ ਤਾਂ ਇਹ ਲੱਗਦਾ ਵੀ ਇਸ ਗਵਰਨਮੈਂਟ ਦੇ ਕੋਲ ਮਾਫੀ ਚਾਹੂੰਗੀ ਸਰ। ਮੈਨੂੰ ਇਹ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ ਕਿਉਂਕਿ ਮੈਂ ਵੈਲ ਕੁਆਲੀਫਾਈਡ ਹਾਂ ਔਰ ਮੇਰੇ ਮੂੰਹੋਂ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਪਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦੇ ਕੋਲ ਕੋਈ ਪਿੰਜਰਾ ਹੈ ਜਿਹਦੇ ਵਿੱਚ ਇਹਨਾਂ ਨੇ ਕੋਵਿਡ ਰੋਕਿਆ ਹੋਇਆ ਹੈ। ਜਦੋਂ ਲੋਕਾਂ ਦੇ ਬੂਹੇ ਬੰਦ ਹੋ ਜਾਂਦੇ ਨੇ, ਸੜਕਾਂ ਤੇ ਆਵਾਜਾਈ ਬੰਦ ਹੋ ਜਾਂਦੀ ਹੈ, ਉਦੋਂ ਕਰਫਿਊ ਲਾ ਕੇ ਉਹਦਾ ਜਿੰਦਾ ਖੋਲ ਦਿੰਦੇ ਨੇ ਇਹ ਆਕਸੀਜਨ ਦੇਣ ਵਾਸਤੇ। ਤਾਂ ਕੋਵਿਡ ਲੋਕਾਂ ਦੇ ਸਾਰੇ ਕਿਤੇ এনवायरमेंट 'ਚ ਫੈਲ ਜਾਂਦਾ ਹੈ। ਤਾਂ ਜਿਉਂ-ਜਿਉਂ ਸੂਰਜ ਦੀ ਰੋਸ਼ਨੀ ਆਉਂਦੀ ਹੈ, ਸਵੇਰ ਹੁੰਦੀ ਹੈ, ਤਾਂ ਕੋਵਿਡ ਨੇ ਫਿਰ ਆਪਣਾ ਜਿਹੜਾ ਇਹਨਾਂ ਦਾ ਛੱਡਿਆ ਹੋਇਆ ਹੈਗਾ ਇਹ ਜੋ ਜਾਨਵਰ ਹੈ ਜਾਂ ਕੁਝ ਵੀ ਲਗਾ ਲਓ, ਮੈਨੂੰ ਨਹੀਂ ਪਤਾ, ਇਹ ਬਹੁਤ ਬੁੱਧੀਜੀਵੀ ਨੇ ਜਿਹੜੇ ਇਹ ਚੀਜ਼ ਕਹਿੰਦੇ ਨੇ ਕਿ ਜਦੋਂ ਇਨਸਾਨ ਹੁੰਦੇ। ਮੈਨੂੰ ਇਹਨਾਂ ਦੀ ਸਟੇਟਮੈਂਟ ਤੇ ਹੀ ਉਹ ਤਰਸ ਆਉਂਦਾ ਸਰ, ਇਹਨਾਂ ਦੀ ਸੋਚ ਤੇ ਤਰਸ ਆਉਂਦਾ ਹੈ। ਕਦੀ ਤਾਂ ਕਹਿੰਦੇ ਨੇ ਇਹ ਚੇਨ ਡਿਜ਼ੀਜ਼ ਹੈ, ਕਦੀ ਕਹਿੰਦੇ ਨੇ ਕਰਾਊਡ ਹੈ, ਰੈਲੀਆਂ ਹੋ ਰਹੀਆਂ ਨੇ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਉੱਥੇ ਬਾਰਡਰ ਤੇ ਇੰਨੀ ਦੁਨੀਆ ਬੈਠੀ ਹੈ, ਉਹਨਾਂ ਚ ਤਾਂ ਇੱਕ ਵੀ ਕੋਵਿਡ ਨਹੀਂ ਹੈਗਾ, ਕੋਈ ਵੀ ਪੇਸ਼ੈਂਟ ਨਹੀਂ ਹੈਗਾ ਕੋਵਿਡ ਦਾ। ਜੇ ਕੋਵਿਡ ਹੈ ਸਰ ਔਰ ਇਦਾਂ ਹੀ ਮਰਨਾ ਹੈ ਤਾਂ ਤੁਸੀਂ ਟੈਂਕੀ ਦੀ ਗੱਲ ਕਰ ਰਹੇ ਹੋ, ਇਹ ਕਰ ਰਹੇ ਹੋ। ਮਰ ਤਾਂ ਵੈਸੇ ਵੀ ਜਾਣਾ ਸਰ, ਮਰੇ ਤਾਂ ਵੈਸੇ ਵੀ ਪਏ ਆ, ਕਰਜ਼ੇ ਚੱਕ ਚੱਕ ਕੇ ਡਿਗਰੀਆਂ ਕੀਤੀਆਂ ਹੋਈਆਂ ਨੇ, ਸਰਕਾਰ ਨੌਕਰੀ ਨਹੀਂ ਦੇ ਰਹੀ। ਇਦੋਂ ਬਿਹਤਰ ਹੈ ਘੱਟੋ ਘੱਟ ਦੇਸ਼ ਦੇ ਕੰਮ ਤਾਂ ਆ ਜੀ, ਜਿਹੜੇ ਸਾਨੂੰ ਨਹੀਂ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਲਈ ਤਾਂ ਕੁਝ ਕਰ ਜੀ ਆਪਾਂ। ਅਸੀਂ ਮਰਾਂਗੇ ਤਾਂ ਸਾਡੇ ਭੈਣ ਭਾਈਆਂ ਦੇ ਲਈ ਸਾਡਾ ਤਾਂ ਹੁਣ ਜਿਹੜਾ ਕੁਝ ਬਣਨਾ ਹੈ ਸਰ ਉਹ ਬਣੀ ਜਾਊਗਾ, ਦੇਖੀ ਜਾਊਗਾ। ਪਰ ਦੇਖੋ ਫਿਰ ਮੈਂ ਬਾਰ-ਬਾਰ ਇਹ ਕਹਿ ਰਹੀ ਹਾਂ, ਅਸੀਂ ਤਾਂ ਹੱਥ ਜੋੜ ਕੇ ਮਾਨਯੋਗ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ, ਆਪਣੀ ਸਟੇਟ ਦੇ ਜਿਹੜੇ ਸੀਐਮ ਨੇ, ਸਾਡੇ ਐਜੂਕੇਸ਼ਨ ਦੇ ਜਿਹੜੇ ਹੈੱਡ ਨੇ ਕ੍ਰਿਸ਼ਨ ਕੁਮਾਰ ਜੀ, ਉਹਨਾਂ ਨੂੰ ਬਸ ਇਹੀ ਅਪੀਲ ਹੈ ਕਿ ਸਰ ਅਸਲ ਦੇ ਵਿੱਚ ਤੁਸੀਂ ਜੇ ਮਾਨਵਤਾ ਦੇ ਰਖਵਾਲੇ ਹੋ, ਅਸਲ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦਾ ਵਿਕਾਸ ਹੋਵੇ, ਪੰਜਾਬ ਜਿਹੜਾ ਹੈ ਉਹ ਇੱਕ ਇੰਡੀਆ ਦਾ ਭਾਰਤ ਜਿਹੜਾ ਨਕਸ਼ਾ ਹੈ ਉਹ ਸਭ ਤੋਂ ਉੱਪਰ ਚਮਕੇ, ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਐਜੂਕੇਸ਼ਨ ਦਾ ਜਿਹੜਾ ਮਿਆਰ ਹੈ ਉਹਨੂੰ ਤੁਸੀਂ ਸੁਧਾਰੋ। ਔਰ ਐਜੂਕੇਸ਼ਨ ਦਾ ਮਿਆਰ ਉਦੋਂ ਤੱਕ ਨਹੀਂ ਸੁਧਰੂਗਾ ਜਿੰਨਾ ਚਿਰ ਤੁਸੀਂ ਅਧਿਆਪਕ ਨੇ ਜਿਹੜੇ ਸਕੂਲਾਂ 'ਚ ਪੂਰੇ ਨਹੀਂ ਕਰੋਗੇ, ਉਹਨਾਂ ਦੇ ਬਣਦੇ ਹੱਕ ਨਹੀਂ ਦੋਗੇ। ਕਿਉਂਕਿ ਅਧਿਆਪਕ ਨੂੰ ਸਰ ਦੂਸਰਾ ਪ੍ਰਮਾਤਮਾ ਦਾ ਦਰਜਾ ਦਿਆ ਜਾਂਦਾ ਹੈ ਔਰ ਜਦੋਂ ਪ੍ਰਮਾਤਮਾ ਦਾ ਦਿਲ ਦੁਖੀ ਹੁੰਦਾ ਹੈ ਨਾ ਸਰ, ਤਾਂ ਸਭ ਤੋਂ ਵੱਡੀ ਆਪਣੇ ਕੋਲ ਐਗਜ਼ਾਮਪਲ ਹੈ। ਜੇ ਪ੍ਰਮਾਤਮਾ ਦਾ ਦਿਲ ਦੁਖੀ ਹੋਇਆ ਤਾਂ ਪ੍ਰਮਾਤਮਾ ਨੇ ਸਭ ਦੇ ਅਹੰਕਾਰ ਤੋੜ ਕੇ ਪੂਰੇ ਕੀ ਅਮਿਤਾਭ ਬੱਚਨ ਜੀ ਨੇ, ਕੀ ਉਰੇ ਅਕਸ਼ੇ ਕੁਮਾਰ ਨੇ ਇੱਕ ਛੱਤ ਦੇ ਨੀਚੇ ਲਿਆ ਕੇ ਖੜੇ ਕਰਦੇ ਇੱਕ ਛੋਟੇ ਜਿਹੇ ਵਾਇਰਸ ਨੇ। ਤਾਂ ਪ੍ਰਮਾਤਮਾ ਤੋਂ ਡਰੋ। ਤੇ ਇਹ ਜਿਹੜੇ ਬੱਚੇ ਅੱਜ ਸੜਕਾਂ ਤੇ ਉਤਰੇ ਹੋਏ ਨੇ, ਪ੍ਰਮਾਤਮਾ ਨਾ ਕਰੇ ਕੱਲ ਨੂੰ ਜਿਹੜੇ ਲਾਠੀ ਚਾਰਜ ਕਰ ਰਹੇ ਨੇ
ਜਾਂ ਜਿਸ ਤਰ੍ਹਾਂ ਵੀ ਜੋ ਸਾਡੇ ਹਾਈ ਕਮਾਂਡਸ ਨੇ ਉਹਨਾਂ ਦੇ ਬੱਚੇ ਸਾਡੇ ਵਾਲੀ ਲਾਈਨ 'ਚ ਖੜੇ ਹੋਣ, ਫਿਰ ਅਸੀਂ ਦਰਦ ਪੁੱਛਾਂਗੇ ਵੀ ਕੀ ਦਰਦ ਹੋਊਗਾ। ਇਹ ਸਰ ਸਾਡਾ ਸੰਘਰਸ਼ ਏਦਾਂ ਹੀ ਚੱਲਦਾ ਰਹੂਗਾ। ਸਾਡੀ ਲੜਾਈ ਕਿਸੇ ਇੱਕ ਪਾਰਟਿਕੂਲਰ ਪਰਸਨ ਦੇ ਨਾਲ ਨਹੀਂ ਹੈਗੀ, ਸਾਡਾ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਸਾਨੂੰ ਬਸ ਸਾਡੇ ਹੱਕ ਦੇ ਦਿੱਤੇ ਜਾਣ, ਅਸੀਂ ਆਪਦੇ ਆਪਦੇ ਘਰਾਂ ਨੂੰ ਹੋ ਜਾਣ। ਕਹਿੰਦੇ ਨੇ ਇਹ ਸਟੇਜਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਮਾਣਯੋਗ ਸੀਐਮ ਸਾਹਿਬ, ਜਾਂ ਮੈਂ ਪਹਿਲਾਂ ਵੀ ਜਿਹੜੀ ਹੈ ਜੇ ਇਹਨਾਂ ਨੂੰ ਮੈਂ ਯਾਦ ਦਿਵਾਦਾ, ਇਹਨਾਂ ਨੇ ਜੇ ਪੜ੍ਹੀ ਹੈ ਹਿਸਟਰੀ ਦੇ ਵਿੱਚ ਵੀ ਕੀ ਹੈ ਕਿ ਰਾਜਾ ਦਾ ਜਿਹੜਾ ਹੈ ਉਹ ਪ੍ਰਜਾ ਦੇ ਨਾਲ ਸੰਬੰਧ, ਰਾਜਾ ਦਾ ਜਿਹੜਾ ਮਹੱਤਵ ਹੁੰਦਾ ਉਹ ਪ੍ਰਜਾ ਦੇ ਨਾਲ ਹੈ। ਜੇ ਪ੍ਰਜਾ ਹੀ ਨਹੀਂ ਹੈ ਫਿਰ ਰਾਜਾ ਕਾਹਦਾ? ਤੇ ਤੁਸੀਂ ਇੱਕ ਦੇਖੋ ਕਿ ਮਾਣਯੋਗ ਜਿਹੜੇ ਸੀਐਮ ਸਾਹਿਬ ਨੇ ਉਹ ਮਤਲਬ ਇਸ ਤਰ੍ਹਾਂ ਦੀ ਗੱਲ ਉਹ ਕਰਦੇ ਨੇ, ਉਹਨਾਂ ਨੂੰ ਇਹ ਨਹੀਂ ਮੈਨੂੰ ਸਮਝ ਆਉਂਦੀ ਉਸ ਅਹੁਦੇ ਤੇ ਬੈਠ ਕੇ ਉਦੋਂ ਦੀ ਗੱਲ ਕਰਦੇ ਨੇ, ਉਹ ਪ੍ਰਜਾ ਨੂੰ ਹੀ ਨਾਰਾਜ਼ ਕਰੀ ਜਾਂਦੇ ਨੇ। ਚੋਣ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕਰਦੇ ਨੇ ਇੱਕ ਵੀ ਵਾਅਦਾ ਉਹ ਪੂਰਾ ਨਹੀਂ ਕਰ ਰਹੇ ਹੈਗੇ। ਤਾਂ ਸਰ ਦੇਖੋ ਇਹ ਤਾਂ ਭਾਵਨਾਵਾਂ ਨਾਲ ਖਿਲਵਾੜ ਹੈ, ਔਰ ਪ੍ਰੋਟੈਸਟ ਕਰਨਾ ਬਿਲਕੁਲ ਸਾਡਾ ਉਹ ਨਹੀਂ ਹੈ। ਉਹ ਸਾਡੇ ਰਾਜਾ ਅਸੀਂ ਬਣਾਏ ਨੇ ਤਾਂ ਅਸੀਂ ਪ੍ਰਜਾ ਹਾਂ, ਜਾਂ ਐ ਕਹਿ ਲੋ ਉਹ ਸਾਡੇ ਫਾਦਰ ਨੇ, ਠੀਕ ਹੈ, ਅਸੀਂ ਉਹਨਾਂ ਦੇ ਬੱਚੇ ਨੇ। ਜੇ ਅਸੀਂ ਉਹਨਾਂ ਦੇ ਕੁਐਸਚਨ ਉਹਨਾਂ ਨੂੰ ਨਹੀਂ ਮਿਲ ਸਕਦੇ ਸਰ, ਅਗਰ ਇੱਕ ਔਲਾਦ ਆਪਣੇ ਬਾਪ ਨੂੰ ਨਹੀਂ ਮਿਲ ਸਕਦੀ ਤਾਂ ਕਿਹਨੂੰ ਮਿਲੂਗੀ? ਕਿ ਰਾਹ ਕਰਨਾ ਤਾਂ ਇਹ ਦੇਖੋ ਤੁਹਾਡਾ ਮੀਡੀਆ ਦਾ ਕੰਮ ਹੈ, ਮੀਡੀਆ ਵਾਲੇ ਤੁਸੀਂ ਕੁਝ ਵੀ ਉਹਨੂੰ ਰੂਪ ਦੇ ਸਕਦੇ ਹੋ। ਹਾਂ, ਪਰ ਮੈਨੂੰ ਇੱਕ ਇੰਨਾ ਤਰਸ ਆਉਂਦਾ ਹੈ ਤੇ ਆਪਣੇ ਤੇ ਪ੍ਰਾਊਡ ਵੀ ਫੀਲ ਹੁੰਦਾ ਹੈ ਕਿ ਇੱਕ ਸਟੇਟ ਦਾ ਸੀਐਮ, ਸਟੇਟ ਦੇ ਜਿਹੜੇ ਸਿੱਖਿਆ ਮੰਤਰੀ ਨੇ, ਉਹ ਸਾਡੇ ਛੋਟੇ ਛੋਟੇ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਇਹ ਤਾਂ ਈਟੀਟੀ ਵਾਲੇ ਨੇ, ਵਿਚਾਰੇ ਈਟੀਟੀ ਵਾਲੇ ਨੇ। ਸਾਡੇ ਉੱਥੇ ਵਾਨੀਗੜ੍ਹ ਦੇ ਵਿੱਚ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਇਹ ਗੱਲ ਬੋਲਿਆ, ਨਾ ਮਾਰੋ ਇਹ ਤਾਂ ਵਿਚਾਰੇ ਈਟੀਟੀ ਵਾਲੇ ਨੇ। ਇਹ ਈਟੀਟੀ ਵਾਲੇ ਵਿਚਾਰੇ ਨੇ, ਇਹ ਮਾਰ ਖਾ ਕੇ ਵੀ ਜਿਸ ਤਰ੍ਹਾਂ ਮਾਂ ਨੇ ਝਿੜਕ ਦਿਆ ਹੁੰਦਾ ਹੈ ਬੱਚਾ ਫਿਰ ਮਾਂ ਦੀ ਬੁੱਕੜ 'ਚ ਜਾਂਦਾ ਹੈ, ਇਸੇ ਤਰ੍ਹਾਂ ਈਟੀਟੀ ਵਾਲੇ ਨੇ ਸਰ। ਜਿੰਨੀ ਵਾਰੀ ਮਾਰਨਗੇ ਇਹ ਸਾਡਾ ਅਟਰੈਕਸ਼ਨ, ਸਾਡਾ ਪਿਆਰ ਉਹਨਾਂ ਦੇ ਪ੍ਰਤੀ ਵੱਧਦਾ ਜਾਊਗਾ, ਉਨੀ ਹੀ ਅਸੀਂ ਨੇੜੇ ਆਵਾਂਗੇ। ਕਿਤੇ ਸਾਨੂੰ ਪੋਲੋ ਗਰਾਊਂਡ ਤੋਂ ਮੋੜ ਦਿਆ ਜਾਂਦਾ ਹੈ, ਇੱਕ ਦਿਨ ਇਹੋ ਜਿਹਾ ਹੋਊਗਾ ਸੀਐਮ ਸਾਹਿਬ ਸਾਨੂੰ ਖੁਦ ਆਪ ਲੈ ਕੇ ਜਾਣਗੇ ਸਾਡੇ ਕੋਲ ਆਣ ਸਰ, ਅਸੀਂ ਉਹਨਾਂ ਦੀ ਔਲਾਦ ਹਾਂ, ਪੜ੍ਹੇ ਲਿਖੇ ਹਾਂ, ਉਹ ਸਾਡੇ ਬਾਪ ਨੇ। ਬਾਪ ਜੇ ਔਲਾਦ ਤੋਂ ਡਰਨ ਲੱਗ ਗਿਆ ਤਾਂ ਫਿਰ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਪਰਿਵਾਰ ਚੱਲੂਗਾ। ਇਹ ਜਿਹੜੇ ਰੋਜ਼ਗਾਰ ਮੇਲੇ ਲਾਏ ਜਾ ਰਹੇ ਨੇ, ਮਤਲਬ ਮੈਂ ਤਾਂ ਕਹੂੰਗੀ ਵੀ ਸਾਡੀ ਜਿਹੜੀ ਗਵਰਨਮੈਂਟ ਹੈ ਨਾ, ਇਹ ਜਿਹੜੀ ਹੁਣ ਮੌਜੂਦਾ ਗਵਰਨਮੈਂਟ ਹੈ, ਮੈਂ ਦਾਅ ਦਿੰਨੀ ਆ ਇਹਨਾਂ ਦੇ ਦਿਮਾਗ ਨੂੰ। ਕਿਆ ਮਤਲਬ ਇਹ ਦਾਅ ਖੇਡ ਰਹੇ ਨੇ, ਇਹ ਰੋਜ਼ਗਾਰ ਮੇਲੇ ਲਾ ਰਹੇ ਨੇ ਸਰ। ਇਹ ਐਂ ਕਹਿੰਦੇ ਨੇ ਵੀ ਤੁਸੀਂ ਰੋਜ਼ਗਾਰ ਮੇਲੇ ਤੇ ਜਾਓ। ਜਦੋਂ ਅਸੀਂ ਉੱਥੇ ਜਾਂਦੇ ਆ ਤੇ ਸਾਨੂੰ ਕੀ ਕਿਹਾ ਜਾਂਦਾ ਹੈ, ਆਪਣੀ ਸਟੇਟ 'ਚ ਕੁਝ ਨਹੀਂ, ਜਾਂ ਤੁਹਾਡੀ ਫੀਲਡ ਦੀ ਨਹੀਂ ਹੈਗੀ। ਅਸੀਂ ਜਦੋਂ ਉੱਥੇ ਜਾਂਦੇ ਇਹ ਤਾਂ ਜੀ ਟੈਕਨੀਕਲ ਉਹਨਾਂ ਵਾਲੀ ਹੈ, ਟੀਚਰਸ ਵਾਸਤੇ ਨਹੀਂ ਹੈ। ਫਿਰ ਇਹ ਸਾਨੂੰ ਕੀ ਕਹਿੰਦੇ ਨੇ ਵੀ 10,000 ਰੁਪਏ ਤੁਹਾਨੂੰ ਮਿਲਣਗੇ, ਨਾਈਟ ਡਿਊਟੀ ਹੈ ਤੁਹਾਡੀ ਤੇ ਬੈਂਗਲੌਰ। ਮੈਨੂੰ ਇਸ ਕੁਐਸਚਨ ਦਾ ਆਨਸਰ ਦੇ। 10,000 ਰੁਪਏ ਦੇ ਵਿੱਚ ਤਾਂ ਉਹਦੀ ਟਿਕਟ ਵੀ ਨਾ ਹੋਵੇ। ਕਿਹੜੇ ਜਿਹੜੇ ਇੱਜ਼ਤਦਾਰ ਘਰ ਦੇ ਹੈਗੇ ਮਾਂ-ਬਾਪ ਹੈ ਜਿਹੜੇ ਆਪਣੀ ਕੁੜੀ ਨੂੰ 10,000 ਰੁਪਏ ਪਿੱਛੇ ਕਰਨਗੇ? ਇਹ ਦੇਸ਼ ਦੇ ਰਕਸ਼ਕ ਨੇ, ਇਹ ਆਪਣੀਆਂ ਕੁੜੀਆਂ ਨੂੰ ਕਿਵੇਂ ਉਹ ਕਰ ਸਕਦੇ ਨੇ ਜੇ ਸਾਡੀ ਥਾਂ ਤੇ ਆਪਣੇ ਬੱਚਿਆਂ ਨੂੰ ਰੋਕ ਕੇ ਦੇਖਣਗੇ? ਇਹ ਸਰ ਟੋਟਲੀ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਹੈ, ਔਰ ਕੁਝ ਨਹੀਂ ਹੈ। ਇਦੋਂ ਵਧੀਆ ਤਾਂ ਸਰ ਇਹ ਹੱਥ ਜੋੜ ਕੇ ਸਾਡੇ ਵਿੱਚ ਆ ਕੇ ਕਹਿਣ ਬੇਟਾ ਸਾਡੇ ਕੋਲ ਕੁਝ ਨਹੀਂ ਹੈਗਾ, ਅਸੀਂ ਖਾਲੀ ਹੋਏ ਹਾਂ, ਤੁਸੀਂ ਕੋਆਪਰੇਟ ਕਰੋ ਸਾਡੇ ਨਾਲ, ਅਸੀਂ ਰੈਡੀ ਹਾਂ। ਪਰ ਇਹ ਜਿਹੜੀ ਮਤਲਬ ਕਿ ਕੋਜੀ ਜੀਆਂ ਚਾਲਾਂ ਨੇ ਜਿਹੜੀਆਂ ਰੋਜ਼ਗਾਰ ਮੇਲਾ ਲਾਤਾ, ਇਹ ਲਾਤਾ, ਉਹ ਕਰਤਾ, ਇਹ ਫਿਰ ਫੋਟੋ ਖਿੱਚ ਕੇ ਫਲੈਕਸਾਂ ਤੇ ਉਹ ਕਰਤੇ, ਇਹ ਸਭ ਦਿਖਾਵਾ ਹੈ ਸਰ। ਇਹ ਸੋਚਦੇ ਨੇ ਕਿ ਵੀ ਈਟੀਟੀ ਵਾਲੇ ਲਾ ਲਓ, ਬੀਐਡ ਵਾਲੇ ਲਾ ਲਓ, ਜਿਹੜੇ ਵੀ ਡਿਪਾਰਟਮੈਂਟ 'ਚ ਬੇਰੁਜ਼ਗਾਰ ਨੇ ਡਿਗਰੀ ਹੋਲਡਰ, ਇਹ ਸਭ ਦੀ ਭਾਵਨਾਵਾਂ ਨਾਲ ਖਿਲਵਾੜ ਹੈ। ਤੇ ਬਸ ਮੇਰੀ ਅਪੀਲ ਹੈ ਲੋਕਾਂ ਨੂੰ ਹੱਥ ਜੋੜ ਕੇ, ਪ੍ਰਾਈਵੇਟ ਸਕੂਲਾਂ 'ਚ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ, ਦੇਖੋ ਸਰਕਾਰੀ ਸਕੂਲਾਂ 'ਚ ਆਪਾਂ ਬਿਲਕੁਲ ਨਹੀਂ ਉਹ ਕਰਦੇ ਹੈਗੇ। ਇੱਕ ਕੱਲ ਹੀ ਮਤਲਬ ਕਿਸੇ ਇੱਕ ਸਕੂਲ ਦਾ ਮੈਂ ਨਾਮ ਨਹੀਂ ਲਊਂਗੀ, ਕਿਸੇ ਸਕੂਲ ਦਾ ਟੀਚਰ ਨੇ ਮਤਲਬ ਕਿ ਫੋਨ ਆਇਆ ਕਿ ਤੁਹਾਡਾ ਬੱਚਾ ਉੱਥੇ ਪੜ੍ਹਦਾ ਹੈ। ਅਸੀਂ ਕਿਹਾ ਸਾਡਾ ਬੱਚਾ ਪ੍ਰਾਈਵੇਟ ਸਕੂਲ 'ਚ ਪੜ੍ਹ ਰਿਹਾ ਹੈ, ਤੇ ਅੱਗੋਂ ਉਹ ਸਾਨੂੰ ਕੀ ਕਹਿੰਦੇ ਨੇ, ਕਹਿੰਦੇ ਪ੍ਰਾਈਵੇਟ ਜਿਹੜੇ ਇਹ ਸਾਰੇ ਸਟ੍ਰੈਸ ਦੇ ਕੇ ਇਸ ਗੱਲ ਨੂੰ ਕਹਿ ਰਹੀ ਹਾਂ ਮੈਂ, ਸਾਰੇ ਪ੍ਰਾਈਵੇਟ ਸਕੂਲਾਂ ਦੇ ਟੀਚਰਸ ਨੇ ਜਿਹੜੇ, ਉਹਨਾਂ ਦੀਆਂ ਮੈਂ ਅੱਖਾਂ ਤੇ ਕੰਨ ਉਹਨਾਂ ਦੇ ਖੋਲ ਦੇਣਾ ਚਾਹੂੰਗੀ ਕਿ ਆਪਣੇ ਬਾਰੇ ਜਿਹੜੇ ਨੇ ਗਵਰਨਮੈਂਟ ਦੇ ਕੀ ਆਪਾਂ ਨੂੰ ਲੜਾ ਰਹੇ ਨੇ ਆਪਸ 'ਚ। ਉਹ ਕਹਿੰਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ 10ਵੀਂ ਪਾਸ ਤੇ ਸਿਰਫ BA ਵਾਲੇ ਅਧਿਆਪਕਾਂ ਨੂੰ ਰੱਖਿਆ ਜਾਂਦਾ ਹੈ। ਤਾਂ ਫਿਰ ਮੈਂ ਖੁੱਲਾ ਇੱਕ ਓਪਨ ਚੈਲੰਜ ਦਿੰਦੀ ਆ ਗਵਰਨਮੈਂਟ ਸਕੂਲ ਦੇ ਜਿਹੜੇ ਟੀਚਰਸ ਨੇ, ਉਹ ਸਾਡੇ ਬਰਾਬਰ ਉਹ ਕਰਨ, ਉਵੇਂ ਦੀ ਕੁਆਲਿਟੀ ਟੀਚਿੰਗ ਕਰਨ ਜਿਵੇਂ ਦੀ ਅਸੀਂ ਦੇ ਰਹੇ ਹਾਂ। ਇਹ ਗੱਲ ਆਪਣੀ ਉਹ ਕਰਨ, ਆਪਣੇ ਪ੍ਰੋਡਕਟ ਨੂੰ ਵੇਚਣ, ਅੱਛੀ ਗੱਲ ਹੈ, ਅਸੀਂ ਸਲੂਟ ਕਰਦੇ ਹਾਂ। ਕੱਲ ਨੂੰ ਅਸੀਂ ਗਵਰਨਮੈਂਟ ਸੈਕਟਰ 'ਚ ਆਵਾਂਗੇ ਤਾਂ ਅਸੀਂ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ। ਬਟ ਮਤਲਬ ਕਿਸੇ ਦੇ ਪਰਸਨਲ ਕਰੈਕਟਰ ਦੇ ਉੱਤੇ ਤੁਸੀਂ ਉਂਗਲ ਚੱਕ ਰਹੇ ਹੋ, ਇਹ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਹੈਗਾ। ਤਾਂ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਪ੍ਰਿੰਸੀਪਲਸ ਨੇ, ਮੇਰੇ ਖਿਆਲ 'ਚ ਇਹ ਗੱਲ ਨੂੰ ਸੁਣ ਕੇ ਸ਼ਾਇਦ ਜਿਹੜੇ ਕੁਝ ਮੇਰੇ ਵੀਰ ਮੇਰੀ ਭੈਣਾਂ ਉਹਨਾਂ ਦੀ ਜ਼ਮੀਰਾਂ ਮਰੀਆਂ ਹੋਈਆਂ ਨੇ, ਉਹਨਾਂ ਦੀ ਜ਼ਮੀਰ ਜਾਗੇ ਤੇ ਆਪਾਂ ਪ੍ਰਾਈਵੇਟ ਸੈਕਟਰ 'ਚ ਜੋ ਵੀ ਕੋਈ ਵੀ ਕੰਮ ਕਰੇ ਆਪਾਂ ਇੱਕ ਛੱਤ ਦੇ ਨੀਚੇ ਆਈਏ ਤਾਂ ਕਿ ਆਪਣੇ ਅਧਿਕਾਰ ਆਪਾਂ ਨੂੰ ਮਿਲ ਜਾਣ। ਨਹੀਂ ਤਾਂ ਇਹ ਸੋਚ ਲਓ ਕਿ ਜ਼ਿੰਦਗੀ ਤਾਂ ਆਪਣੀ ਖਤਮ ਹੈ, ਆਪਣੀ ਨਹੀਂ, ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵੀ ਖਤਮ ਹੈ।
ਆਪਾਂ ਨੂੰ ਦੁਬਾਰਾ ਤੋਂ ਫਿਰ ਅੰਗਰੇਜ਼ਾਂ ਦਾ ਜਿਹੜਾ ਰਾਜ ਸੀਗਾ ਉਹ ਭੁਗਤਣਾ ਪੈ ਰਿਹਾ ਸੀ। ਅੱਜ ਤੋਂ 200 ਸਾਲ ਪਹਿਲਾਂ ਉਹ ਸਿਚੁਏਸ਼ਨ ਮੁਗਲ ਵਧੀਆ ਸੀ ਇਹਦੇ ਨਾਲ ਤਾਂ ਘੱਟ ਉਹ ਸਵਾਰਥ ਨੂੰ ਕਰਕੇ ਹੀ, ਆਪਦੇ ਸਵਾਰਥ ਨੂੰ ਕਰਕੇ ਹੀ ਆਪਾਂ ਨੂੰ ਨੌਕਰੀਆਂ ਦੇ ਦਿੰਦੇ ਸੀ। ਪਰ ਇਹਨਾਂ ਦਾ ਸਮਝ ਨਹੀਂ ਆਉਂਦਾ ਹੈਗਾ। ਹੁਣ ਗਵਰਨਮੈਂਟ ਜਿਹੜੀ ਹੈ, ਮਤਲਬ ਸਾਨੂੰ ਤਾਂ ਇਹ ਲੱਗ ਰਿਹਾ ਸਰ ਪਤਾ ਨਹੀਂ ਅਸੀਂ ਪਾਗਲ ਹੋ ਗਏ ਹਾਂ, ਪਤਾ ਨਹੀਂ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਉਹ ਪਾਗਲ ਹੋ ਗਏ, ਸਾਡੀ ਸਮਝ ਤੋਂ ਬਾਹਰ ਹੈ। ਬਸ ਮਤਲਬ ਇੱਕ ਤਰ੍ਹਾਂ ਦਾ ਇੱਕ ਟਰੈਪ ਹੈ ਜਿਹਦੇ ਵਿੱਚ